ਸਾਹਿਬ ਜੀਓ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਵਰਨ ਨਾ ਸਕ। ਤੂੰ ਠਾਕੁਰ ਊਚ ਭਗਵਾਨਾ, ਤੁਮਰੀ ਮਹਿਮਾ ਵਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹਿਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਰਾਖੇ ਜਨ ਕੀ ਆਪੋ। ਤਰਨ ਤਾਰਨ ਹਰ ਨਿਤ, ਦੁਖ ਨ ਸਕੇ ਬਿਆਪੋ। ਦੀਨ ਦਰਦ ਨਿਵਾਰ ਠਾਕੁਰ, ਰਾਖੇ ਜਨ ਕੀ ਆਪੋ। ਤਰਨ ਤਾਰਨ ਹਰ ਨਿਦ, ਦੁਖ ਨਾ ਸਕੇ ਬਿਆਪੋ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਸ ਨਾ ਸੁਝੈ। ਇਹ ਜਤਨ ਕਾਟ ਕਲ ਕਾਲ ਰਹਾਉ। ਆਦ ਅੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਇ। ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਆਮੀ ਸੋਇ। ਵੇਦ ਸਿਮਰਤ ਕਥੈ ਸਾਸਤ, ਭਗਤ ਕਰੇ ਵਿਚਾਰ। ਮੁਕਤ ਪਾਈਐ ਸਾਧ ਸੰਗਤ, ਬਿਨਸ ਜਾਏ ਅੰਧਾਰ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਤਾਣ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਤਾਣ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਜੀ ਨਿਵਾਜੀ ਸਾਧ ਸੰਗਤ ਜੀ, ਅੱਜ ਦਾ ਇਹ ਪਾਵਨ ਮੁੱਖ ਵਾਕ ਧਨਾਸਰੀ ਮਹਿਲਾ ਪੰਜਵਾਂ।
ਤਨਾਸਰੀ ਰਾਗ ਵਿੱਚ ਪੰਜਵੀਂ ਨਾਨਕ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ 675 76 ਅੰਕ ਦੇ ਉੱਤੇ ਇਹ ਸ਼ਬਦ ਸਬਾਈਮਾਨ ਹੈ। ਹਜ਼ੂਰ ਆਖਦੇ ਨੇ, ਦੀਨ ਦਰਦ ਨਿਵਾਰ ਠਾਕੁਰ, ਉਹ ਵਾਹਿਗੁਰੂ, ਉਹ ਮਾਲਕ ਦੀਨਾਂ ਦੇ ਦਰਦ ਨਿਵਾਰਨ ਵਾਲਾ, ਦੂਰ ਕਰਨ ਵਾਲਾ। ਇੱਕ ਗੱਲ ਧਿਆਨ ਰੱਖਣਾ ਸਾਧ ਸੰਗਤ, ਜਿਸ ਤਰ੍ਹਾਂ ਦਾ ਰੱਬ ਦਾ ਸੁਭਾਅ ਆ ਨਾ, ਉਸ ਤਰ੍ਹਾਂ ਦਾ ਗੁਰੂ ਦਾ ਸੁਭਾਅ ਆ। ਇਹ ਨਹੀਂ ਹੈ ਵੀ ਰੱਬ ਦਾ ਸੁਭਾਅ ਹੋ ਰਿਹਾ ਤੇ ਗੁਰੂ ਸੁਭਾਅ ਹੋ ਰਿਹਾ, ਵੀ ਰੱਬ ਹੋ ਰਿਹਾ ਤੇ ਗੁਰੂ ਹੋ ਰਿਹਾ। ਨਹੀਂ, ਜਿਹੋ ਜਿਹਾ ਰੱਬ ਵਾ ਉਹੋ ਜਿਹਾ ਗੁਰੂ ਆ। ਅਗਲੀ ਗੱਲ ਇਹ ਆ ਵੀ ਜਿਹੋ ਜਿਹਾ ਗੁਰੂ ਵਾ, ਉਹਦਾ ਸਤ ਸੰਗੀ, ਉਹਦਾ ਜਗਿਆਸੂ, ਉਹਦਾ ਚੇਲਾ, ਉਹਦਾ ਸਿੱਖ, ਉਹ ਵੀ ਉਹੋ ਜਿਹਾ। ਇਹ ਨਹੀਂ ਹੈ ਵੀ ਗੁਰੂ ਵੱਖਰਾ ਹੈ, ਗੁਰੂ ਦਾ ਸੁਭਾਅ ਵੱਖਰਾ ਹੈ, ਗੁਰੂ ਦੀ ਸੋਚ ਵੱਖਰੀ ਆ, ਤੇ ਉਹਦਾ ਜਿਹੜਾ ਚੇਲਾ ਆ, ਉਹਦਾ ਜਗਿਆਸੂ ਜਿਹੜਾ, ਉਹਦਾ ਸੇਵਕ ਜਿਹੜਾ, ਉਹਦਾ ਸੁਭਾਅ ਹੋ ਰਿਹਾ, ਉਹਦੇ ਵਿਚਾਰ ਹੋ ਰਿਹਾ, ਉਹਦੀ ਸੋਚਣੀ ਹੋ ਰਿਹਾ, ਉਹਦਾ ਮਾਰਗ ਹੋ ਰਿਹਾ। ਇਹ ਤਾਂ ਨਹੀਂ ਹੋ ਸਕਦਾ ਨਾ ਜੀ। ਇਹ ਤਿੰਨੇ ਸੁਰ ਇੱਕੋ ਨੇ, ਜੇ ਵੱਖਰੇ ਵੱਖਰੇ ਨੇ ਫਿਰ ਇੱਕ ਨਹੀਂ ਹੈ। ਜਿਹੋ ਜਿਹਾ ਰੱਬ ਵਾ ਉਹੋ ਜਿਹਾ ਗੁਰੂ ਆ, ਜਿਹੋ ਜਿਹਾ ਗੁਰੂ ਆ ਉਹੋ ਜਿਹਾ ਉਹਦਾ ਸੇਵਕ ਆ। ਜਿਹੋ ਜਿਹਾ ਰੱਬ ਦਾ ਸੁਭਾਅ, ਉਸ ਤਰ੍ਹਾਂ ਦਾ ਗੁਰੂ ਦਾ ਸੁਭਾਅ, ਉਸ ਤਰ੍ਹਾਂ ਦਾ ਉਹਦੇ ਦਾਸ ਸੇਵਕ ਦਾ ਸੁਭਾਅ। ਸੇਵਕ ਦਾ ਸੁਭਾਅ ਵੱਖਰਾ ਨਹੀਂ। ਜਦੋਂ ਸੇਵਕ ਦੀ ਗੱਲ ਆਈ ਨਾ, ਉਹ ਦਾਸ ਦੀ ਗੱਲ ਆਈ, ਬੜੀਆਂ ਉਦਾਹਰਨਾਂ ਦਿੱਤੀਆਂ, ਤੇ ਸਭ ਤੋਂ ਜਿਹੜੀ ਵੱਡੀ ਉਦਾਹਰਨ ਸੀ ਉਹ ਪਾਣੀ ਦੀ ਸੀ। ਕਬੀਰ ਸਾਹਿਬ ਕਹਿੰਦੇ, ਹਰ ਕਾ ਸੇਵਕ, ਜਿਹੜਾ ਹਰੀ ਦਾ ਸੇਵਕ ਆ, ਐਸਾ ਹੋਏ ਜੈਸਾ ਪਾਣੀ ਸਰਬੰਧ। ਜਿਵੇਂ ਪਾਣੀ ਹੈ ਨਾ, ਪਾਣੀ ਵਰਗਾ ਰੱਬ ਦਾ ਸੇਵਕ ਹੋਣਾ ਚਾਹੀਦਾ। ਫਿਰ ਕਹਿੰਦੇ ਨਹੀਂ ਨਹੀਂ, ਮੈਨੂੰ ਭੁਲੇਖਾ ਲੱਗ ਗਿਆ, ਮੈਂ ਰੱਬ ਦਾ ਸੇਵਕ ਤੇ ਇਸ ਤੋਂ ਵੀ ਅਗਾਂਹ ਆ। ਉਹ ਕਹਿੰਦੇ ਨਹੀਂ, ਪਾਣੀ ਹੁਆ ਤਾਂ ਕਿਆ ਭਇਆ। ਕਹਿੰਦੇ ਨੇ ਜੇ ਰੱਬ ਦਾ ਸੇਵਕ ਪਾਣੀ ਦੇ ਸੁਭਾਅ ਵਰਗਾ ਹੈ ਤੇ ਕੀ ਹੋ ਗਿਆ। ਇੱਕ ਧਿਆਨ ਰੱਖਣਾ, ਪਾਣੀ ਹਮੇਸ਼ਾ ਨਿਵਾਨ ਨੂੰ ਚੱਲਦਾ ਹੈ, ਰੱਬ ਦਾ ਸੇਵਕ ਨੀਵੇਂਪਨ ਚੱਲਦਾ ਹੈ, ਨੀਵਾਂਪਨ ਨਿਮਰਤਾ ਦੇ ਵਿੱਚ ਚੱਲਦਾ ਹੈ। ਪਾਣੀ ਆਪਣੇ ਪਾਲੇ ਦੀ ਲੱਜਾ ਰੱਖਦਾ ਹੈ, ਪਾਣੀ ਪ੍ਰਤਪਾਲਕ ਆ, ਆਪਣੀ ਪਾਲਣ ਦੀ ਲੱਜਾ ਰੱਖਦਾ ਹੈ। ਰੱਬ ਦਾ ਸੇਵਕ ਵੀ ਪ੍ਰਤਪਾਲਣਾ ਵਾਲਾ ਸੁਭਾਅ ਰੱਖਦਾ ਹੈ, ਪਰ ਪਾਣੀ ਦੇ ਵਿੱਚ ਇੱਕ ਕਮੀ ਹੈ ਜੀ। ਬਸ ਉਹ ਇੱਕੋ ਕਮੀ ਕਰਕੇ ਕਹਿ ਦਿੱਤਾ ਵੀ ਰੱਬ ਦਾ ਸੇਵਕ ਪਾਣੀ ਵਰਗਾ ਨਹੀਂ ਚਾਹੀਦਾ। ਪਾਣੀ 'ਚ ਬੜੇ ਗੁਣ ਆ, ਉਹ ਪਿਆਸ ਮਿਟਾਉਂਦਾ ਹੈ। ਪਾਲੇ ਦੀ ਲੱਜੇ ਦਾ ਅਰਥ ਆ, ਜਿਹੜਾ ਚੰਦਨ ਹੈ ਨਾ ਸਾਧ ਸੰਗਤ, ਜਿਹੜਾ ਅਸਲੀ, ਜਿਹੜਾ ਓਰੀਜਨਲ ਚੰਦਨ ਆ, ਉਹ ਪਾਣੀ ਵਿੱਚ ਡੁੱਬ ਜਾਂਦਾ। ਬਾਕੀ ਲੱਕੜ, ਹਰ ਪੌਦੇ ਦੀ ਲੱਕੜ ਲਗਭਗ ਜਿੰਨੀਆਂ ਅਸੀਂ ਆਪਣੇ ਦੇਸ਼ ਵਿੱਚ ਵੇਖਦੇ ਹਾਂ, ਉਹ ਪਾਣੀ ਦੇ ਉੱਪਰ ਤੈਰਦੀਆਂ ਨੇ। ਲੱਕੜ ਨੂੰ ਪਾਣੀ ਵਿੱਚ ਡੁੱਬਣ, ਪਾਣੀ ਨਹੀਂ ਡੁੱਬਣ ਦਿੰਦਾ। ਪਤਾ ਕਿਉਂ? ਪਾਣੀ ਕਹਿੰਦਾ ਵੀ ਮੈਂ ਤੈਨੂੰ ਪਾਲਿਆ ਤੇ ਹੁਣ ਮੈਂ ਤੈਨੂੰ ਡੁੱਬਣ ਨਹੀਂ ਦੇਣਾ। ਉਹ ਆਪਣੇ ਪ੍ਰਤਪਾਲੇ ਦੀ ਲੱਜਾ ਰੱਖਦਾ ਹੈ, ਉਹਨੂੰ ਲੱਜਾ ਆ ਕਿ ਮੈਂ ਤੈਨੂੰ ਤੈਨੂੰ ਹੀ ਪਾਲਿਆ ਤੇ ਮੈਂ ਤੈਨੂੰ ਡੁੱਬਾਂਗਾ। ਪਰ ਕਿਸੇ ਨੇ ਸਵਾਲ ਕੀਤਾ, ਫਿਰ ਤੂੰ ਚੰਦਨ ਨੂੰ ਕਿਉਂ ਡੁਬੋਣਾ? ਚੰਦਨ ਵੀ ਤਾਂ ਲੱਕੜੀ ਆ, ਉਹ ਬੇਸ਼ੱਕ ਬੜੀ ਕੀਮਤੀ ਆ, ਸੁਗੰਧੀ ਵਾਲੀ ਆ, ਪਰ ਤੂੰ ਉਹਨੂੰ ਕਿਉਂ ਡੁਬੋਣਾ? ਤੇ ਪਾਣੀ ਨੇ ਕਿਹਾ ਸੀ ਉਹਦੀ ਅਸਲੀਅਤ, ਉਹਦੀ ਓਰੀਜਨਲਤਾ, ਵੀ ਇਹ ਸਹੀ ਸੱਚਾ ਚੰਦਨ ਹੈ, ਮੈਂ ਤਾਂ ਉਹਨੂੰ ਡੁਬੋਣਾ ਹੈ ਵੀ ਉਹਦੀ ਕੀਮਤ ਪੈ ਜਾਏ। ਜੇ ਚੰਦਨ ਪਾਣੀ ਦੇ ਵਿੱਚ ਤੈਰਨ ਲੱਗ ਪਿਆ ਤੇ ਉਹ ਸਹੀ ਅਸਲੀ ਚੰਦਨ ਨਹੀਂ ਆ। ਹੁਣ ਇੱਕ ਔਗਣ ਸੀ ਪਾਣੀ ਵਿੱਚ, ਕਹਿੰਦੇ ਨੇ ਪਾਣੀ ਹੁਆ ਤਾਂ ਕਿਆ ਭਇਆ। ਕੀ ਹੋ ਗਿਆ ਜੇ ਪਾਣੀ ਹੋ ਗਿਆ? ਸੀਰਾ ਤਾਤਾ ਹੋਏ, ਉਹ ਠੰਡਾ ਤੇ ਤੱਤਾ ਹੋ ਜਾਂਦਾ।
ਕਿਸੇ ਨੇ ਕਿਹਾ ਵੀ ਠੰਡਾ ਵੀ ਤਾਂ ਹੀ ਹੁੰਦਾ ਵੀ ਕੋਈ ਫਾਇਦਾ ਕਰਦਾ, ਤੱਤਾ ਹੁੰਦਾ ਤਾਂ ਵੀ ਫਾਇਦਾ ਕਰਦਾ। ਕਹਿੰਦੇ ਨਹੀਂ, ਜੇ ਕੋਈ ਬੰਦਾ ਤੱਤਾ ਕਰੇ ਤੇ ਤੱਤਾ ਹੋ ਜਾਏ, ਕੋਈ ਬੰਦਾ ਠੰਡਾ ਕਰੇ ਤੇ ਠੰਡਾ ਹੋ ਜਾਏ, ਤੇ ਫਿਰ ਉਹਦੇ ਆਪਣੇ ਸੁਭਾਅ ਦੇ ਵਿੱਚ ਕੀ ਤਾਕਤ ਹੈ? ਰੱਬ ਦੇ ਸੇਵਕ ਨੂੰ ਕੋਈ ਗਾਲਾਂ ਕੱਢ ਕੇ ਤੱਤਾ ਕਰ ਦਿਓ, ਤੱਤਾ ਨਹੀਂ ਹੁੰਦਾ। ਕਿਸੇ ਨੂੰ ਗੱਲਾਂ ਕਹਿ ਦੋ ਨਾ, ਵੈਸੇ ਆਮ ਬੰਦੇ ਨੂੰ ਕੋਈ ਆਮ ਜੀ ਗੱਲ ਕਹਿ ਦੋ ਤੇ ਬੰਦੇ ਦਾ ਪਾਰਾ ਹਾਈ ਹੋ ਜਾਂਦਾ ਹੈ, ਖੂਨ ਉਬਾਲੇ ਖਾਲਦਾ ਹੈ, ਖੂਨ ਦੀਆਂ ਚੱਕਰੀਆਂ ਘੁੰਮਦੀਆਂ ਨੇ ਅੰਦਰ, ਨਾੜਾਂ 'ਚ ਖੂਨ ਘੁੰਮਦਾ, ਗਰਮੀ ਆਉਂਦੀ ਹੈ ਵੀ ਇਹਨੇ ਮੈਨੂੰ ਇਹ ਗੱਲ ਕਹੀ ਤੇ ਕਹੀ ਕਿਉਂ। ਬੰਦੇ ਨੂੰ ਗੁੱਸਾ ਆਉਂਦਾ ਨਾ ਜੀ, ਬੰਦਾ ਗਰਮ ਹੋ ਜਾਂਦਾ ਨਾ, ਬੰਦਾ ਤੱਤਾ ਹੋ ਜਾਂਦਾ ਹੈ ਨਾ। ਪਰ ਰੱਬ ਦਾ ਪਾਣੀ ਵੀ ਤੱਤਾ ਹੋ ਜਾਂਦਾ ਹੈ, ਕੋਈ ਤੱਤਾ ਕਰੇ ਤੇ ਪਾਣੀ ਤੱਤਾ ਹੋ ਜਾਂਦਾ ਹੈ। ਕਿਸੇ ਬੰਦੇ ਨੂੰ ਕੋਈ ਗਾਲ ਕੱਢ ਦੇ, ਬੰਦਾ ਤੱਤਾ ਹੋ ਜਾਂਦਾ ਹੈ। ਰੱਬ ਦਾ ਸੇਵਕ ਤੱਤਾ ਨਹੀਂ ਹੁੰਦਾ। ਗੁਰੂ ਅਮਰਦਾਸ ਜੀ ਦੇ ਦੀਵਾਨ ਵਿੱਚ ਨਾ ਇੱਕ ਬੰਦਾ ਆਉਂਦਾ ਸੀ, ਫਕੀਰ ਕੋਈ। ਉਹ ਕਹਿੰਦਾ ਅਮਰੂ ਕੁਝ ਦੇ। ਹੁਣ ਲਾਗੇ ਬੈਠੇ ਭਾਈ ਜੇਠਾ ਗੁਰੂ ਰਾਮਦਾਸ ਨੂੰ ਤਾਂ ਬੜਾ ਗੁੱਸਾ ਆਇਆ। ਉਦੋਂ ਸੇਵਕ ਸਨ, ਉਦੋਂ ਦਾਸ ਸਨ, ਅਜੇ ਬਣ ਰਹੇ ਸਨ, ਸਿੱਖੀ ਕਮਾ ਰਹੇ ਸਨ। ਬੜੇ ਸਿੱਖਾਂ ਨੂੰ ਗੁੱਸਾ ਆਇਆ ਵੀ ਸਾਡਾ ਸਤਿਗੁਰੂ ਬੈਠਾ ਆ, ਬਾਹਰੋਂ ਕੋਈ ਇਹ ਫਕੀਰ ਜਿਹਾ ਆ ਕੇ ਕਹਿੰਦਾ ਕਿ ਅਮਰੂ ਕੁਝ ਭੇਜ। ਤੇ ਗੁਰੂ ਅਮਰਦਾਸ ਨੇ ਕਿਹਾ ਵੀ ਭਾਈ ਜੇਠਾ ਜੀ ਨੂੰ ਦਿਓ, ਇਹਨੂੰ ਆ ਸੋਨੇ ਦਾ ਕੜਾ ਨਾ ਦੇ ਦਿਓ ਇਹਨੂੰ, ਯਾਰ ਕੋਈ ਭੇਟਾ ਦੇ ਕੇ ਦੇ ਦਿਓ ਇਹਨੂੰ। ਉਹ ਜੀ 10 ਦਿਨਾਂ ਬਾਅਦ ਫੇਰ ਆ ਗਿਆ, ਫਿਰ ਇਸੇ ਸਟਾਈਲ ਦੇ ਨਾਲ ਕਹਿੰਦਾ ਵੀ ਅਮਰੂ ਕੁਝ ਦੇ ਦੇ। ਫਿਰ ਹੁਣ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਸਿੱਖ ਸੰਗਤ ਬੈਠੀ ਹੈ, ਤੇ ਹੁਣ ਕਈ ਸਿੱਖਾਂ ਕੋ ਰਿਹਾ ਨਹੀਂ ਗਿਆ। ਉਹ ਕਹਿੰਦਾ ਹੁਣ ਜੇ ਆ ਬੂਹੇ ਤੋਂ ਬਾਹਰ ਨਿਕਲੇਗਾ ਨਾ, ਇਹਦੀ ਹੁਣ ਤੌਣੀ ਲਾਉਣੀ ਹੈ, ਇਹ ਨਹੀਂ ਬੰਦਾ ਸੁਧਰਦਾ। ਗੁੱਸਾ ਵੇਖ ਕੇ ਗੁਰੂ ਅਮਰਦਾਸ ਜੀ ਨੇ ਕਿਹਾ ਭਾਈ ਜੇਠਾ ਸਿੱਖੋ ਰਹਿਣ ਦਿਓ, ਇਹ ਸਾਨੂੰ ਪਰਖਣਾ ਚਾਹੁੰਦਾ ਹੈ, ਇਹ ਸਾਨੂੰ ਤੱਤਾ ਕਰਨਾ ਚਾਹੁੰਦਾ ਹੈ, ਵੇਖਣਾ ਚਾਹੁੰਦਾ ਹੈ ਵੀ ਤੱਤਾ ਹੁੰਦਾ ਹੈ ਕਿ ਨਹੀਂ ਹੁੰਦਾ ਸਿੱਖਾਂ ਦਾ ਗੁਰੂ। ਇਹਨੂੰ ਰਹਿਣ ਦਿਓ, ਇਹਨੂੰ ਜਿਹੜਾ ਦੂਜਾ ਕੜਾ ਨਾ ਉਹ ਵੀ ਦੇ ਦਿਓ। ਉਹ ਕਹਿੰਦਾ ਸਤਿਗੁਰੂ ਇਹਨੇ ਦੂਜਾ ਕੜਾ ਲੈ ਕੇ ਫਿਰ 10 ਦਿਨਾਂ ਬਾਅਦ ਆ ਜਾਣਾ ਹੈ। ਇਹਨੇ ਹੁਣ ਜਿਹੜਾ ਨਾ ਮੂਰਖ ਗੰਢ ਪਵੇ ਮੂੰਹ ਮਾਰ, ਵਿਗੜਿਆਂ ਤਿਗੜਿਆਂ ਦਾ ਡੰਡਾ ਪੀਰ ਹੁੰਦਾ ਹੈ ਨਾ। ਗੁਰੂ ਕਹਿੰਦੇ ਉਹ ਰੱਬੀ ਬਾਣੀ ਨਹੀਂ, ਉਹ ਤੇ ਉਦਾਹਰਨਾਂ ਦੁਨੀਆ ਦੀਆਂ ਗੱਲਾਂ ਨੇ, ਰਹਿਣ ਦਿਓ, ਇਹ ਰੱਬੀ ਬੰਦਾ ਹੈ, ਇਹ ਪਰਖਣਾ ਚਾਹੁੰਦਾ ਹੈ। ਹੁਣ ਗੁਰੂ ਦੇ ਦਰਬਾਰ ਵਿੱਚ ਸਤਿਗੁਰੂ ਬੈਠਾ ਹੋਵੇ, ਕੋਈ ਕਹਿ ਦੇ ਵੀ ਅਮਰੂ ਤੇ ਗੁੱਸਾ ਨਾ ਆਵੇ, ਇਹ ਹੈ ਰੱਬ ਦੇ ਸੇਵਕ ਦੀ ਨਿਸ਼ਾਨੀ। ਰੱਬ ਦਾ ਸੇਵਕ ਕਿਸੇ ਦੇ ਕਹਿਆ ਗਰਮ ਨਹੀਂ ਹੁੰਦਾ ਤੇ ਕਿਸੇ ਦੇ ਕਹਿਣ ਦੇ ਉੱਤੇ ਠੰਡਾ ਨਹੀਂ ਹੁੰਦਾ। ਉਹ ਰੱਬੀ ਖੁਮਾਰੀ 'ਚ ਰਹਿੰਦਾ ਹੈ, ਉਹ ਰੱਬੀ ਆਨੰਦ ਦੀ ਅਵਸਥਾ ਵਿੱਚ ਰਹਿੰਦਾ ਹੈ। ਕਹਿੰਦੇ ਨੇ ਪਾਣੀ ਹੁਆ ਤਾਂ ਕਿਆ ਭਇਆ, ਜੋ ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਜਿਹੜਾ ਜਨ ਆ, ਸੇਵਕ ਆ, ਉਹ ਉਸ ਤਰ੍ਹਾਂ ਦਾ ਚਾਹੀਦਾ ਹੈ ਜਿਵੇਂ ਰੱਬ ਹੋਵੇ, ਰੱਬ ਵਰਗਾ ਹੀ ਹੋਵੇ। ਹੁਣ ਫਿਰ ਧਿਆਨ ਰੱਖਣਾ, ਰੱਬ ਜਿਹੋ ਜਿਹਾ ਰੱਬ ਆ ਉਹੋ ਜਿਹਾ ਗੁਰੂ ਆ, ਜਿਹੋ ਜਿਹਾ ਗੁਰੂ ਆ ਉਹੋ ਜਿਹਾ ਉਹਦਾ ਸੇਵਕ ਆ, ਸੇਵਕ ਉਹਦਾ ਉਹੋ ਜਿਹਾ। ਤੋ ਸਾਧ ਸੰਗਤ ਹਜ਼ੂਰ ਕਹਿੰਦੇ ਨੇ ਦੀਨ ਦਰਦ ਨਿਵਾਰ ਠਾਕੁਰ, ਦੀਨਾਂ ਦੇ ਦਰਦ ਨਿਵਾਰਨ ਵਾਲਾ ਠਾਕੁਰ ਮਾਲਕ ਵਾਹਿਗੁਰੂ। ਰਾਖੇ ਜਨ ਕੀ ਆਪ, ਉਹ ਆਪਣੀ ਜਨ ਦੀ ਆਪ ਪੈਜ ਰੱਖਦੇ। ਇੱਥੇ ਗੱਲ ਹੋਰ ਸਮਝ ਲੈਣਾ ਸਾਧ ਸੰਗਤ, ਜਦੋਂ ਤੁਸੀਂ ਰੱਬ ਦੇ ਹਵਾਲੇ ਕਰੋਗੇ ਤੇ ਰੱਬ ਫੈਸਲਾ ਕਰੇਗਾ ਨਾ, ਫਿਰ ਉਹ ਤਾਂ ਹੀ ਲਾਜ ਰੱਖੇਗਾ। ਫਿਰ ਉਹ ਰੱਖੇ ਜਾਂ ਨਾ ਰੱਖੇ, ਫਿਰ ਉਹਨੂੰ ਸੌਂਪ ਦਿਓ ਵੀ ਆਹ ਸਤਿਗੁਰੂ ਕਾਰਜ ਤੂੰ ਹੀ ਕਰਨਾ ਹੈ, ਮੈਂ ਨਹੀਂ ਇਹਦੇ ਵਿੱਚ ਇਨਵੋਲਵ ਹੋਣਾ। ਜਦੋਂ ਬੰਦਾ ਕਹਿੰਦਾ ਵੀ ਮੈਂ ਵੇਖ ਲਾਂਗਾ ਇਹਦੇ ਨਾਲ, ਤੇ ਫਿਰ ਰੱਬ ਕਹਿੰਦਾ ਵੀ ਮੈਂ ਪਿੱਛੇ ਹਟ ਜਾਣਾ, ਤੂੰ ਕਰ ਲੈ। ਦੇਖੋ ਕੁਦਰਤ ਵਿੱਚ ਇਹ ਸਾਰਾ ਬ੍ਰਹਿਮੰਡ ਕਿਸੇ ਸ਼ਕਤੀ ਨਾਲ ਚੱਲ ਤੇ ਰਿਹਾ ਨਾ। ਜੇ ਬੰਦੇ ਦੇ ਵੱਸ ਹੁੰਦਾ ਤੇ ਬੰਦਾ ਅੱਜ ਇੱਕ ਬਟਨ ਦੱਬਦਾ ਹੈ, ਧਰਤੀ ਤਬਾਹ ਕਰ ਸਕਦਾ। ਜੇ ਬੰਦੇ ਦੇ ਵੱਸ ਹੁੰਦਾ ਸਾਰਾ ਕੁਝ ਤੇ ਅੱਜ ਤੋਂ ਇਹ ਤਬਾਹੀ ਲੈ ਕੇ ਆ ਜਾਂਦਾ। ਉਹ ਰੱਬ ਜਿੰਨਾ ਚਿਰ ਇਹ ਸੰਸਾਰ ਦੀ ਖੇਡ ਚਾਹੁੰਦਾ ਹੈ ਉਹਨਾਂ ਚਿਰ ਚੱਲੇਗੀ, ਜਦੋਂ ਉਹਨੇ ਨਹੀਂ ਚਾਹਿਆ ਤੇ ਕੋਈ ਬਚਾ ਨਹੀਂ ਸਕਦਾ।
ਇਹ ਰੱਬ ਦੀ ਖੇਡ ਆ, ਜਿੰਨਾ ਚਿਰ ਉਹ ਖਿਡਾ ਰਿਹਾ ਹੈ ਅਸੀਂ ਇਹ ਸੰਸਾਰ ਦੀ ਖੇਡ ਵਿੱਚ ਖੇਡਾਂਗੇ। ਤੇ ਧਿਆਨ ਰੱਖਣਾ ਸਾਧ ਸੰਗਤ, ਉਹ ਆਪ ਪੈਜ ਰੱਖਦਾ ਹੈ ਵੀ ਜਦੋਂ ਤੁਸੀਂ ਰੱਬ ਨੂੰ ਸੌਂਪ ਦੋ, ਤੇ ਜਦੋਂ ਬੰਦਾ ਕਹਿੰਦਾ ਵੀ ਮੈਂ ਇਹ ਨਾ ਕਰ ਲਾਂਗਾ ਗੱਲ, ਮੈਂ ਵੇਖ ਲਾਂਗਾ, ਮੈਂ ਐਵੇਂ ਨਹੀਂ ਆ, ਤੇ ਫਿਰ ਰੱਬ ਕਹਿੰਦਾ ਤੂੰ ਆਪ ਹੀ ਕਰਕੇ ਦੇਖ ਲੈ। ਗੁਰੂ ਸਾਹਿਬਾਂ ਦਾ ਇਤਿਹਾਸ ਦੋ ਕੈਟਾਗਰੀਆਂ 'ਚ ਵੰਡ ਸਕਦੇ, ਸ਼ਾਂਤਮਈ ਤੇ ਇੱਕ ਪਾਸੇ ਕਿਰਪਾਨ ਚੱਕ ਲਈ। ਜਦੋਂ ਸ਼ਾਂਤਮਈ ਸੀ ਤੇ ਡੋਰੀ ਸੌਂਪ ਦਿੱਤੀ ਰੱਬ ਨੂੰ ਵੀ ਤੂੰ ਜੋ ਕਰਨਾ ਠੀਕ ਆ, ਤੇ ਜਦੋਂ ਆਪਣੇ ਹੱਥ ਵਿੱਚ ਫੈਸਲਾ ਲਿਆ ਤੇ ਗੁਰੂ ਪਾਤਸ਼ਾਹ ਨੇ ਕਿਰਪਾਨ ਚੱਕੀ, ਮੈਦਾਨੀ ਜੰਗ ਵਿੱਚ ਕਿਹਾ ਵੀ ਆਜਾ ਫਿਰ ਆਪਾਂ ਹੀ ਵੇਖ ਲੈਂਗੇ। ਸਤਿਗੁਰੂ ਦਾ ਇਤਿਹਾਸ ਇੱਕ ਜੰਗ ਵਾਲਾ ਹੈ ਤੇ ਦੂਜਾ ਸ਼ਾਂਤਮਈ ਹੈ। ਇਹ ਵੀ ਗੱਲ ਧਿਆਨ ਰੱਖਣਾ, ਕਿਰਪਾਨਾਂ ਚੱਕ ਕੇ ਸਫਲਤਾ ਨਹੀਂ ਮਿਲਦੀਆਂ ਸਾਧ ਸੰਗਤ। ਦੁਨੀਆ ਦੀਆਂ ਵੱਡੀਆਂ ਵੱਡੀਆਂ ਸ਼ਕਤੀਆਂ, ਸਲਤਨਤਾਂ, ਰਾਜ ਭਾਗ ਬਸ ਇਹਦੇ ਵਿੱਚ ਹੀ ਖਤਮ ਹੋ ਗਏ। ਇੱਕ ਹੁੰਦਾ ਜਨ ਅੰਦੋਲਨ, ਇੱਕ ਹੁੰਦਾ ਹਥਿਆਰ ਅੰਦੋਲਨ। ਗੁਰੂ ਨਾਨਕ ਸਾਹਿਬ ਨੇ ਜਨ ਅੰਦੋਲਨ ਚਲਾਇਆ, ਬੜੀ ਕਾਮਯਾਬੀ ਹੋਈ। ਪਰ ਜਦੋਂ ਗੁਰੂ ਸਾਹਿਬ ਦੇ ਇਤਿਹਾਸ ਵਿੱਚ ਸਿੱਖਾਂ ਨੇ ਕਿਰਪਾਨ ਹਥਿਆਰ ਅੰਦੋਲਨ ਲੜਿਆ, ਉਦੋਂ ਕਾਮਯਾਬੀਆਂ ਮਿਲੀਆਂ ਵੀ ਤੇ ਖਤਮ ਵੀ ਹੋਈਆਂ। ਗੁਰੂ ਸਾਹਿਬਾਂ ਦਾ ਮਕਸਦ ਜੰਗ ਕਰਨਾ ਨਹੀਂ, ਕਿਉਂਕਿ ਜੰਗ ਕਰਨ ਨਾਲ એનર્ਜੀ ਵੇਸਟ ਹੁੰਦੀ ਹੈ। ਸਤਵੇਂ ਪਾਤਸ਼ਾਹ ਨੂੰ ਸੰਮਨ ਭੇਜੇ ਸਨ ਬਾਦਸ਼ਾਹ ਨੇ ਦਿੱਲੀ ਤੋਂ, ਗੁਰੂ ਸਾਹਿਬ ਨਹੀਂ ਗਏ। ਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਮਣੇ ਕਈ ਵਾਰ ਐਸਾ ਮਾਹੌਲ ਬਣਾਇਆ ਗਿਆ ਲੜਨ ਦਾ। ਸਤਵੇਂ ਪਾਤਸ਼ਾਹ ਚੜ੍ਹਦੀ ਜਵਾਨੀ ਸਨ, 30 ਸਾਲ 31 ਸਾਲ ਟੋਟਲ ਉਮਰ ਆ ਉਹਨਾਂ ਦੀ। ਚੜ੍ਹਦੀ ਜਵਾਨੀ 'ਚ ਉਹਨਾਂ ਨੇ ਲੜਾਈ ਨਹੀਂ ਕੀਤੀ, ਭਾਵੇਂ ਕਿ 4000 ਫੌਜ ਤਿਆਰ ਬਰ ਤਿਆਰ ਸੀ ਗੁਰੂ ਹਰਿਰਾਏ ਕੋਲ। ਭਾਈ ਬਿਧੀ ਚੰਦ ਵਰਗੇ ਜਿਹੜੇ ਮੁੱਕੀ ਮਾਰ ਕੇ ਘੋੜਾ ਮਾਰਨ ਦੀ ਤਾਕਤ ਰੱਖਦੇ ਨੇ, ਐਸੇ ਯੋਧੇ ਨਾਲ ਸੀ। ਛੇਵੇਂ ਪਾਤਸ਼ਾਹ ਦੀ ਮੀਰੀ ਪੀਰੀ ਦੀ ਜਿਹੜੀ ਫੌਜ ਸੀ ਉਹ ਨਾਲ ਸੀ, ਪਰ ਲੜੇ ਨਹੀਂ। ਗੁਰੂ ਨੇ ਸੋਚਿਆ ਜਿਹੜੀ ਤਾਕਤ, ਜਿਹੜੀ એનર્ਜੀ ਲੜ ਕੇ ਵੇਸਟ ਕਰਨੀ ਆ, ਉਹੀ એનર્ਜੀ ਆਪਾਂ ਮਨੁੱਖਤਾ ਦੇ ਭਲੇ ਵਾਸਤੇ ਕਿਉਂ ਨਾ ਵਰਤ ਲਈਏ। ਸਤਵੇਂ ਪਾਤਸ਼ਾਹ ਨੇ ਪੰਜਾਬ ਦੇ ਇਸ ਇਲਾਕੇ ਵਿੱਚ, ਮਾਲਵੇ ਦੇ ਇਲਾਕੇ ਵਿੱਚ ਪ੍ਰਚਾਰ ਕੀਤਾ ਲੋਕਾਂ ਨੂੰ, ਇਹ ਉਸ એનર્ਜੀ ਨਾਲ ਲੋਕਾਂ ਦਾ ਸੁਧਾਰ ਕੀਤਾ। ਸਾਧ ਸੰਗਤ, ਲੜਾਈ ਜਿਹੜੀ ਜੰਗ ਹੈ ਨਾ, ਜੰਗ ਉਹਦੇ ਵਿੱਚ ਜਿੱਤਣ ਵਾਲੇ ਦੀ ਵੀ ਬਹੁਤ ਬਰਬਾਦੀ ਹੁੰਦੀ ਹੈ। ਮੰਨ ਲਓ ਦੋ ਦੇਸ਼ ਲੜੇ ਨੇ, ਇੱਕ ਦੇਸ਼ ਜਿੱਤ ਗਿਆ, ਜਿਹੜਾ ਜਿੱਤਿਆ ਉਹਦਾ ਵੀ ਨੁਕਸਾਨ ਹੋਏਗਾ ਨਾ। ਉਹਦਾ ਕਿੰਨਾ ਅਸਲਾ ਬਰਬਾਦ ਹੋਇਆ, ਕਿੰਨਾ ਪੈਸਾ ਬਰਬਾਦ, ਕਿੰਨੀ ਸੰਪਤੀ ਬਰਬਾਦ, ਕਿੰਨੇ ਲੋਕ ਬਰਬਾਦ ਹੋਏ, ਘਰੋਂ ਬੇਘਰ ਹੋ ਗਏ, ਉਹਦਾ ਵੀ ਤਾਂ ਨੁਕਸਾਨ ਹੁੰਦਾ ਹੀ ਹੈ ਨਾ। ਤੋ ਸਾਧ ਸੰਗਤ ਆਓ ਅੱਗੇ ਚੱਲੀਏ। ਹਜ਼ੂਰ ਕਹਿੰਦੇ ਨੇ ਰਾਖੇ ਜਨ ਕੇ ਆਪ ਤਰਨ ਤਾਰਨ। ਤਰਨ ਜਹਾਜ਼, ਤਾਰਨ ਦਾ ਅਰਥ ਤਾਰਨ ਲਈ, ਪਾਰ ਹੋਣ ਲਈ। ਤਰਨ ਤਾਰਨ ਹਰ ਨਿਤ ਦੁੱਖ ਨਾ ਸਕੇ ਬਿਆਪ। ਇੱਕ ਗੱਲ ਯਾਦ ਆਈ ਮੈਨੂੰ ਸਾਧ ਸੰਗਤ, ਅਨੰਦਪੁਰ ਦੀ ਧਰਤੀ ਤੇ 8 ਮਹੀਨੇ ਘੇਰਾ ਪਾਇਆ। 22 ਰਿਆਸਤਾਂ ਦੇ ਰਾਜਿਆਂ ਨੇ, ਸੂਬਾ ਲਾਹੌਰ, ਸੂਬਾ ਸਰਹੰਦ, ਦਿੱਲੀ ਦੀ ਫੌਜ, ਪਤਾ ਨਹੀਂ ਕਿੰਨੀਆਂ ਫੌਜਾਂ ਨੇ ਘੇਰਾ ਪਾ ਲਿਆ। ਗੁਰੂ ਪਾਤਸ਼ਾਹ ਮਹਾਰਾਜ ਉੱਥੇ ਲੜਨਾ ਨਹੀਂ ਚਾਹੁੰਦੇ ਸਨ। ਗੁਰੂ ਨੂੰ ਪਤਾ ਸੀ ਲੜ ਕੇ, ਆਪਣਿਆਂ ਨਾਲ ਲੜ ਕੇ ਤੇ ਆਪਣੀ એનર્ਜੀ ਨੂੰ ਵੇਸਟ ਕਰੀਏ, ਇਹ ਗੱਲ ਸਹੀ ਨਹੀਂ ਹੈ। ਪਰ ਜਦੋਂ ਬਿਲਕੁਲ ਹੁਣ ਕੋਈ ਰਸਤਾ ਨਹੀਂ ਬਚਿਆ ਨਾ, ਤੇ ਉਦੋਂ 10ਵੇਂ ਪਾਤਸ਼ਾਹ ਜੀ ਨੇ ਜੰਗ ਕੀਤੀ। ਜਦੋਂ ਆਨੰਦਪੁਰ ਤੋਂ ਚੱਲੇ ਤੇ ਅੱਗੇ ਜਿੱਥੇ ਸਰਸਾ ਵਿਛੋੜਾ ਸਾਹਿਬ ਆ, ਉੱਥੇ ਫੌਜਾਂ ਨੇ ਆ ਕੇ ਕੀਤੀ ਤੇ ਸਤਿਗੁਰੂ ਨੂੰ ਉੱਥੇ ਜੰਗ ਕਰਨੀ ਪਈ। ਉਸ ਤੋਂ ਅੱਗੇ ਆਏ ਚਮਕੌਰ ਦੀ ਗੜੀ ਵਿੱਚ, ਫਿਰ ਘੇਰਾ ਪਾ ਲਿਆ, ਉੱਥੇ ਕੋਈ ਆਪਸ਼ਨ ਨਹੀਂ ਸੀ ਬਚਿਆ, ਉੱਥੇ ਸਤਿਗੁਰੂ ਨੇ ਜੰਗ ਕੀਤਾ। ਉਸ ਤੋਂ ਅੱਗੇ ਆ ਗਏ ਮੁਕਤਸਰ ਦੇ ਵਿੱਚ, ਇੱਥੇ ਵੀ ਕੋਈ ਆਪਸ਼ਨ ਨਹੀਂ ਸੀ ਬਚਿਆ, ਕੇਵਲ ਜੰਗ ਕਰਨਾ, ਤੇ ਸਤਿਗੁਰੂ ਨੇ ਇੱਥੇ ਜੰਗ ਕੀਤਾ। ਉਸ ਤੋਂ ਬਾਅਦ ਸਤਿਗੁਰੂ ਵਿਚਰਦਿਆਂ ਹੋਇਆਂ ਸਾਬੋ, ਤਲਵੰਡੀ, ਬਠਿੰਡੇ ਪਹੁੰਚੇ। 2 ਸਾਲ ਇੱਥੇ ਰਹੇ, ਕੋਈ ਜੰਗ ਨਹੀਂ ਕੀਤਾ। ਗੁਰਦੇਵ ਜੀ ਦਾ ਮਕਸਦ ਜੰਗ ਕਰਨਾ ਨਹੀਂ ਸੀ, ਮਨੁੱਖਤਾ ਦਾ ਭਲਾ ਸੀ।
जंग करन वाले भी अपने आ, वो भी मनुख वा। मानस की जात सभे एके पहचानब वाले किवें दूजे नूं मार सकदे ने। गुरु दे अंदर दुश्मनी दी भावना नहीं सी, उन्हां नूं कोई दुश्मन नज़र नहीं सी आंदा। तो साध संगत गुरु कहंदे ने तरन तारन हर नित हरि, जिहड़ा नित आ वो एक जहाज आ पार होण वास्ते, ते दुख ना सके व्याप। जिहदे सिर दे उत्ते रब दा हथ हुंदा है उहनूं कोई दुख नहीं व्यापदा। दुख आउंदे ने, ये ना कहना दुख नहीं आउंदे, आउंदे ने, पर वो दुख दुखी नहीं करदे। वो दुख व्यापदे नहीं, दुख तंग नहीं करदे, दुखां च बंदा तंग नहीं हुंदा। ये दुख सगों दारू बन जाता, एनर्जी बन जाता। जे कोई तुहाडा बुरा करे ना, सास तुहानूं गाल कढे, कोई मन लो किसी ने गाल कढ़ी है, किसी ने वधीकी कीती है, उन्होंने उस वक्त जवाब ना देना, उहदे नाल लड़ना ना, उन्होंने अपने गले अंदर उतार लो, उन्होंने पी लो, उहदी गाल नूं बर्दाश्त कर लो। वो जिहड़ी गाल है ना साध संगत, जिन्ना चिर तुसीं उहदे कोल बदला नहीं लओगे ना, वो तुहाडे अंदर टॉनिक दा काम करेगी, एनर्जी दा काम करेगी, तुहाडे अंदर एनर्जी दा काम करेगी। बस उन्होंने उस ताकत नूं, उस एनर्जी नूं किसी होर पासे वरतो। उन्हें गाल कढ़ी आ, मैं उन्होंने 4 गालां कढ़ां ते मैं कहना भी तां मैनूं शांति मिलनी है, यही गल है ना साडी। ना ना, कोई गाल कढ़े, कोई वधीकी करे, उन्होंने अपनी इत्थे संभालो। इत्थे जिन्ना चिर तुसीं रखोगे ना अपने अंदर, वो एनर्जी दा काम करदी है, वो तुहानूं अंदरों ताकत देगी, तुहाडे तन नूं, तुहाडे मन नूं गुरमैश देगी, तुहाडे अंदरों तुहानूं उहदे विचों ताकत मिलेगी, वो टॉनिक दा काम कर देगी। बस वो जिहड़ी एनर्जी आ किसी होर चंगे पासे वरत लिओ। ते जे तुसीं उहने गाल कढ़ी, तुसीं 10 गालां कढ़ीआं, तुहाडी एनर्जी तुहानूं मिली नहीं, तुहानूं वो टॉनिक दा काम नहीं करेगी। तो साध संगत आओ अगे हजूर कहंदे आ, साधु संग भजो गोपाल। साधु संग, साधुआं दा संग, ये शब्द बहुवचनिया, साधुआं दा संग। ते साधु किन्नू क्या है भला? साधु बंदे नूं, रब दे प्यारे नूं भी क्या है, साधु गुणां नूं भी क्या है। कहंदे गुणां दा संग करके ते भजो गोपाल दा भजन कर, रब दा भजन कर। ते आन संजम किछ ना सुझे। कहंदे होर कोई संजम नहीं मैनूं सुझ रहा, मैनूं कोई होर ढंग तरीका नहीं सुझ रहा, कोई आइडिया नहीं आ रहा भी कोई होर तरीका होवे जिन्ना सुधार हो जाए, जिन्ना सानूं जिंदगी सफल हो जाए, कामयाबी मिल जाए। बस आ एक तरीका आ, आन संजम किछ ना सुझे, एह जतन काट कल काल। इस जतन दे नाल अपने कट लै, कल काल दा अर्थ कलयुग दा काल। ते कलयुग दा काल दा मतलब होया, कलयुगी काल दा मतलब होया विकारां वाला, औगणा वाला काल, भैड़ियां बुराइयां, मतलब अपने अंदरों बुराइयां कट लै। किवें? आही एक तरीका वा, आही एक संजम आ कि साधु संग भजो गोपाल। गुणा दा संग करके रब नूं याद कर, यही एक तरीका आ अंदर दियां बुराइयां कट्टण दा, अंदर दे काम क्रोध नूं मारन दा। गुणा नूं धारण करके रब नूं याद करिए, आही एक संजम आ तरीका वा। फिर हजूर कहंदे ने, आद अंत दयाल पूरन। वो वाहिगुरू आदि विच भी सी, वो अंत विच भी रहेगा, वो दयालु वा, वो पूरन तो भाव आ कंपलीट आ, उहदे विच कोई घाट नहीं, कमी नहीं, कोई खामी नहीं उहदे विच हैगी, वो पूरन आ। ते तिस बिना नहीं कोई, उहदे तो बिना उस वर्गा कोई होर है ही नहीं, जिहड़ी साडी नौका पार करे कोई होर हैगा ही नहीं है। तिस बिना नहीं कोई, हे वाहिगुरू तेरे तो बिना कोई होर नहीं हैगा। जन्म मरण निवार हर। कहंदे ने जन्म मरण निवारण कर लै बंदिया, अपनी जन्म मरण दा सिलसिला खत्म कर लै। जिहड़ा जमन मरण दे गेड़ च पिया है ना, इनू खत्म कर, एंड कर इहदा। किवें जी? जन्म मरण निवार हर जप। कहंदे हरि दा जप करके,
रब दा भजन करके साधु संग भजो, गुणा दा संग करके रब दा सिमरन कर ते सिमर स्वामी सोए। कहंदे उस स्वामी दा ही, उसे मालक दा ही सिमरन करें, कोई होर ना कर लें किते, क्योंकि दुनिया विच सिमरन बहुत कर रहे हैं। कोई कहंदा जी मैनूं माया चाहिदी है ते वो माया दा सिमरन कर रहा है। कोई चाहुंदा है भी मैनूं जित मिल जाए ते जित वास्ते कहंदे भी इस नूं सिमरन करना है, वो सिमरन कर रहा है। कोई कहंदा है मैनूं संगीत मिल जाए ते कहंदे जे संगीत प्राप्त करना है ते इहदा सिमरन कर, वो उहदा सिमरन करी जांदा। कोई कहंदा मैनूं विद्या चाहिदी है, ज्ञान चाहिदा है ते कहंदे भी ज्ञान दा भंडारा ते इहदे कोल आ ते इहदा सिमरन कर। कोई अनाज चाहुंदा है भी मेरे को अन्न आवे ते अन्न कहंदे भी अन्न भंडारा इहदे कोल आ, तू इहदा सिमरन कर, बंदा उहदा सिमरन करी जांदा है। कहंदे भी होर सिमर ना करें, रब दा सिमरन करें, सिमर स्वामी सोए। आओ एक मिनट वास्ते साध संगत वाहे गुरु 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 तो साध संगत इस तो अगे हजूर आखदे ने वेद सिमरत कथै शास्त्र, वेद सिमरत ते शास्त्र कथे कथन कर रहे हैं। भगत करे विचार, रब दे जिहड़े भगत जन ने वो भी विचार करते हैं। की विचार करते हैं जी? सारिਆਂ ਦਾ की फैसला है, की गल कहते हैं? वो ये कहते आ मुकत पाइए साध संगत, कहते मुक्ति प्राप्त करनी आ ते सत संगत विचों हुंदी आ। सत संगत करदियां 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 मुक्ति दी दात वो जीव जग्यासु प्राप्त कर लैंदा है। मुक्त पाइए साध संगत बिनस जाए अंधार, अंधार दा अर्थ है हनेरा। ते सानू बाणी पढ़ पढ़ के पता लग गया है हनेरे दा अर्थ है भैड़ा ज्ञान, भैड़ी मत, अज्ञानता। ते चानण दा अर्थ हुंदा है ज्ञान, बबेक बुद्ध, रब्बी ज्ञान, रब्बी सोझी, रब्बी अकल, रब दी मत। जे अंदर ज्ञान आ ते मतलब अंदर रब दा ज्ञान आ। जे अंदर हनेरा वा इहदा मतलब कि रब दा ज्ञान नहीं, उत्थे भैड़ी मत आ।
ਉੱਥੇ ਭੈੜੀ ਮੱਤ ਹੈ। ਇੱਕ ਮੁੱਖ ਵਾਕ ਅਸੀਂ ਪੜ੍ਹਿਆ ਸੀ, ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਕਹਿੰਦੇ ਜੇ ਤੂੰ ਅਚਰ ਚਰੇ ਕਰ ਲੈ ਨਾ, ਅਚਰ ਚਰੇ ਦਾ ਅਰਥ ਜਿਵੇਂ ਨਾ ਅਸੀਂ ਕਹਿੰਦੇ ਵੀ ਆ ਬੰਦਾ ਕਿਵੇਂ ਚਰਦਾ ਹੈ, ਇਹ ਸਾਡਾ ਪੰਜਾਬੀ ਪੁਰਾਣਾ ਸ਼ਬਦ ਹੈ, ਅਸੀਂ ਹੁਣ ਨਹੀਂ ਵਰਤਦੇ ਕਿਉਂਕਿ ਇਹ ਜਿੱਥੇ ਪਛੜੇ ਲੋਕ ਨੇ ਉਹ ਵਰਤਦੇ ਨੇ। ਮੱਝਾਂ ਚਾਰਨ ਜਾਂਦਾ, ਮੱਝਾਂ ਚਾਰਨੀਆਂ, ਚਰਨ ਦਾ ਮਤਲਬ ਕੀ ਹੈ? ਖਾਣਾ। ਚਰਨ ਦਾ ਮਤਲਬ ਕੀ? ਖਾਣਾ। ਕਈ ਵਾਰ ਬੰਦੇ ਨੂੰ ਅਸੀਂ ਕਹਿੰਦੇ ਯਾਰ ਇਹ ਬੰਦਾ ਬੜੀਆਂ, ਇਹ ਬੰਦਾ ਕਿਵੇਂ ਰੋਟੀ ਚਰੀ ਜਾਂਦਾ, ਕਿਵੇਂ ਚਰ ਰਿਹਾ, ਕਿਵੇਂ ਚਰੀ ਜਾਂਦੇ ਨੇ ਲੋਕ। ਤੇ ਚਰ ਦਾ ਅਰਥ ਹੁੰਦਾ ਜੀ ਖਾਣਾ, ਤੇ ਆਚਰ ਦਾ ਅਰਥ ਹੈ ਨਹੀਂ ਖਾਣਾ। ਹੁਣ ਗੁਰੂ ਕਹਿੰਦੇ ਆ ਆਚਰ ਚਰੇ, ਜਿਹੜਾ ਨਹੀਂ ਖਾਧਾ ਜਾ ਸਕਦਾ ਉਹਨੂੰ ਖਾ ਲੈ। ਮਤਲਬ ਜਦੋਂ ਭੋਜਨ ਖਾ ਲਿਆ ਤਾਂ ਮਤਲਬ ਇਹ ਹੋਇਆ ਨਾ ਵੀ ਉਹ ਮੁੱਕ ਗਿਆ, ਖਤਮ ਹੋ ਗਿਆ। ਜਿਹੜੇ ਪੰਜ ਵਿਕਾਰ ਨਹੀਂ ਖਾਧੇ ਜਾ ਸਕਦੇ, ਨਹੀਂ ਮਾਰੇ ਜਾ ਸਕਦੇ, ਜੇ ਤੁਸੀਂ ਇਹਨਾਂ ਨੂੰ ਮਾਰ ਲਓ, ਜੇ ਇਹਨਾਂ ਨੂੰ ਮਾਰ ਦੇ, ਇਹਦਾ ਮਤਲਬ ਇਹ ਆ ਅਚਰ ਚਰੇ ਦਾ ਅਰਥ ਆ ਵੀ ਇਹਨਾਂ ਨੂੰ ਖਾ ਲਓ, ਇਹਨਾਂ ਨੂੰ ਮਾਰ ਦਿਓ। ਤੇ ਇਹ ਪਹਿਲੀ ਤਾਂ ਗੱਲ ਤੇ ਖਾਧੇ ਨਹੀਂ ਜਾਂਦੇ, ਮਰਦੇ ਨਹੀਂ। ਜੇ ਖਾ ਲਓ, ਜੇ ਮਾਰ ਦਿਓ, ਤੇ ਕਹਿੰਦੇ ਫਿਰ ਤੁਹਾਨੂੰ ਸਿੱਧ ਸਫਲਤਾ ਮਿਲ ਜਾਏਗੀ। ਤੇ ਸਫਲਤਾ ਦੇ ਵਿੱਚੋਂ ਇੱਕ ਗੱਲ ਇਹ ਹੋਏਗੀ ਵੀ ਸਿੱਧੀ ਤੇ ਬੁੱਧ ਪਾਈ, ਤੁਹਾਨੂੰ ਰੱਬ ਦੀ ਬੁੱਧ ਪ੍ਰਾਪਤ ਹੋ ਜਾਏਗੀ ਅੰਦਰੋਂ ਹੀ। ਅਚਰ ਚਰੇ ਤਾਂ ਸਿੱਧ ਹੋਏ, ਸਿੱਧੀ ਤੇ ਬੁੱਧ ਪਾਈ। ਕਹਿੰਦੇ ਇਸ ਸਿੱਧੀ ਤੋਂ, ਇਸ ਕਾਮਯਾਬੀ ਤੋਂ ਤੁਹਾਨੂੰ ਰੱਬ ਵਾਲੀ ਬੁੱਧੀ ਪ੍ਰਾਪਤ ਹੋਏਗੀ। ਰੱਬ ਦੀ ਬੁੱਧ ਕਹਿ ਲੋ, ਵਿਵੇਕ ਬੁੱਧ ਕਹਿ ਲੋ, ਰੱਬੀ ਗਿਆਨ ਕਹਿ ਲੋ, ਚਾਨਣ ਕਹਿ ਲੋ, ਵੀ ਤੁਹਾਡੇ ਅੰਦਰ ਜਿਹੜਾ ਦੀਵਾ ਬੁਝਿਆ ਪਿਆ ਉਹ ਗਿਆਨ ਦਾ ਦੀਵਾ ਜਗ ਜਾਏਗਾ, ਚਾਨਣ ਹੋ ਜਾਏ, ਗਿਆਨ ਹੋ ਜਾਏਗਾ। ਤੋ ਸਾਧ ਸੰਗਤ ਹਜ਼ੂਰ ਅੱਗੇ ਕਹਿੰਦੇ ਆ, ਮੁਕਤ ਪਾਈਏ ਸਾਧ ਸੰਗਤ ਬਿਨ ਸਜਾਏ ਅੰਧਾਰ, ਚਰਨ ਕਮਲ ਆਧਾਰ ਜਨ ਕਾ। ਉਹਦੇ ਜਨ ਦਾ ਆਧਾਰ ਆ, ਆਧਾਰ ਦਾ ਅਰਥ ਆਸਰਾ ਆ। ਉਹਦੇ ਜਨ ਦਾ ਆਸਰਾ ਕੀ ਆ? ਚਰਨ ਕਮਲ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਰਾਸ ਪੂੰਜੀ ਇੱਕੋ ਹੀ ਆ, ਨਾਮ ਦੀ। ਉਹਦੇ ਚਰਨ ਕਮਲਾਂ ਦਾ, ਉਹਦੇ ਜਨ ਦਾ ਆਸਰਾ ਆ, ਉਹਦਾ ਨਾਮ ਉਹਦੀ ਰਾਸ ਪੂੰਜੀ ਆ। ਉਹਦਾ ਨਾਮ, ਰੱਬ ਦਾ ਨਾਮ ਉਹਦੀ ਰਾਸ ਪੂੰਜੀ ਆ, ਜੇਬ ਖਰਚਾ ਆ, ਰਸਤੇ ਵਿੱਚ ਕੰਮ ਆਉਣ ਵਾਲਾ ਪੈਸਾ ਆ। ਜਿਹੜਾ ਰਸਤੇ ਵਿੱਚ ਜਾਣਾ ਹੋਵੇ ਤੇ ਘਰ ਵਾਲੀ ਜੇਬ ਦੇ ਵਿੱਚ ਪੈਸੇ ਪਾ ਦੇਣ, ਨਾਲ ਕੋਈ ਭੋਜਨ ਬੰਨ ਦੇਣ, ਉਹਨੂੰ ਕਹਿੰਦੇ ਨੇ ਰਾਸ ਪੂੰਜੀ, ਵੀ ਰਸਤੇ ਵਿੱਚ ਤੈਨੂੰ ਕੰਮ ਆਵੇਗੀ। ਤੇ ਤਾਣ ਮਾਣ ਦੇ ਬਾਣ ਸਾਚਾ, ਹੇ ਵਾਹਿਗੁਰੂ ਤੂੰ ਮੇਰਾ ਤਾਣ ਹੈ। ਤਾਣ ਦਾ ਅਰਥ ਹੈ ਤਾਕਤ, ਮੇਰੀ ਤਾਕਤ ਤੂੰ ਵੇਂ। ਮਾਣ, ਮਾਣ ਦਾ ਅਰਥ ਹੈ ਇੱਜ਼ਤ, ਮੇਰੀ ਇੱਜ਼ਤ ਤੂੰ ਵੇਂ। ਤਾਣ ਮਾਣ ਦੀਵਾਨ ਸਾਚਾ, ਦੀਵਾਨ ਸਾਚਾ, ਉਹਦਾ ਦਰਬਾਰ ਸੱਚਾ ਆ, ਉਹਦਾ ਨਿਆਂ, ਉਹਦਾ ਜਸਟਿਸ ਸੱਚਾ ਵਾ। ਤੇ ਨਾਨਕ ਕੇ ਪ੍ਰਭ ਟੇਕ, ਟੇਕ ਦਾ ਅਰਥ ਹੁੰਦਾ ਆਸਰਾ। ਮੇਰੀ ਨਾਨਕ ਦੀ, ਗੁਰੂ ਅਰਜਨ ਸਾਹਿਬ ਮਹਾਰਾਜ ਨਾਨਕ ਦੀ ਮੋਹਰ ਲਾ ਕੇ ਕਹਿ ਰਿਹਾ ਕਿ ਮੇਰੀ ਨਾਨਕ ਦੇ, ਗੁਰੂ ਅਰਜਨ ਸਾਹਿਬ ਜੀ ਦੇ ਰੱਬ ਟੇਕ ਆ, ਮੇਰੀ ਟੇਕ ਉਹ ਵਾ, ਮੇਰਾ ਆਸਰਾ ਉਹ ਵਾ। ਮੈਂ ਉਹਦੇ ਤੋਂ ਬਿਨਾਂ ਕਿਸੇ ਹੋਰ ਦੀ ਟੇਕ ਰੱਖਦਾ ਹੀ ਨਹੀਂ, ਮੇਰੀ ਟੇਕ ਰੱਬ ਵਾ। ਇਹ ਅੱਜ ਦਾ ਮੁੱਖ ਵਾਕ ਜੀ। ਭੁੱਲਾਂ ਚੁੱਕਾਂ ਦੀ ਖਿਮਾ ਸਾਧ ਸੰਗਤ। ਆਪ ਸੰਗਤ ਗੁਰੂ ਪਾਤਸ਼ਾਹ ਬਖਸ਼ਣਯੋਗ ਬਖਸ਼ ਲੈਣਾ ਜੀ। ਨਾਲ ਹੀ ਬੇਨਤੀ ਹੈ, ਅੱਜ ਗੁਰੂ ਘਰ ਦੀ ਗੋਲਕ ਦੀ ਗਿਣਤੀ ਹੋਣੀ ਹੈ। ਦੁਪਹਿਰ 3:30 ਵਜੇ ਗੋਲਕ ਦੀ ਗਿਣਤੀ ਕੀਤੀ ਜਾਏਗੀ। ਜਿਨ੍ਹਾਂ ਕੋਲ ਸਮਾਂ ਹੋਏ ਉਹ ਜ਼ਰੂਰ ਪਹੁੰਚਣ ਦੀ ਕਿਰਪਾ ਕਰਨ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ
ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਇਕ ਓੰਕਾਰ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਅਜੂਨੀ ਸੈਭੰ। ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਵਾਹਿਗੁਰੂ 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 ਵਾਹਿਗੁਰੂ।